ਸੋ ਵੱਡੀ ਖਬਰ ਦੀ ਗੱਲ ਕਰਾਂਗੇ। ਇਸ ਵੇਲੇ ਮੰਤਰੀਆਂ ਦੇ ਨਾਲ ਉਲਝਣਾ ਕਰਨ ਅਵਤਾਰ ਬਰਾੜ ਨੂੰ ਮਹਿੰਗਾ ਪਿਆ। ਵਿਨੀ ਮਹਾਜਨ ਪੰਜਾਬ ਦੇ ਨਵੇਂ ਮੁੱਖ ਸਕੱਤਰ ਐਲਾਨ ਦਿੱਤੇ ਗਏ ਨੇ। ਵਿਨੀ ਮਹਾਜਨ ਕਰਨ ਅਵਤਾਰ ਨੂੰ ਸਪੈਸ਼ਲ ਚੀਫ ਸੈਕਟਰੀ ਲਾਇਆ ਗਿਆ। ਇਸ ਵੇਲੇ ਦੀ ਵੱਡੀ ਖਬਰ ਦੀ ਗੱਲ ਕਰ ਰਹੇ ਹਾਂ। ਵਿਨੀ ਮਹਾਜਨ ਪੰਜਾਬ ਦੇ ਨਵੇਂ ਮੁੱਖ ਸਕੱਤਰ ਐਲਾਨੇ ਗਏ ਨੇ। ਦੱਸਦੇ ਕਿ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਨੇ ਵਿਨੀ ਮਹਾਜਨ ਕਰਨ ਅਵਤਾਰ ਜਿਨ੍ਹਾਂ ਦਾ ਵਿਵਾਦ ਪਿਛਲੇ ਦਿਨੀ ਕਾਫੀ ਜ਼ਿਆਦਾ ਮੰਤਰੀਆਂ ਦੇ ਨਾਲ ਪਿਆ ਸੀ। ਇੱਥੋਂ ਤੱਕ ਕਿ ਮੰਤਰੀ ਉਸ ਮੀਟਿੰਗ ਦੇ ਵਿੱਚ ਉੱਠ ਕੇ ਤੱਕ ਚਲੇ ਗਏ ਸਨ ਔਰ ਉਸ ਤੋਂ ਬਾਅਦ ਇਹ ਵੀ ਮਤਾ ਪਾਇਆ ਗਿਆ ਸੀ ਕਿ ਜੇਕਰ ਕਰਨ ਅਵਤਾਰ ਉਸ ਮੀਟਿੰਗ 'ਚ ਆਉਣਗੇ ਤਾਂ ਅਸੀਂ ਨਹੀਂ ਆਵਾਂਗੇ। ਪਰ ਖੈਰ ਸਾਰਾ ਮਸਲਾ ਹੋ ਗਿਆ ਸੀ ਹੱਲ ਔਰ ਬਾਅਦ 'ਚ ਮੀਟਿੰਗ ਵੀ ਹੋਈ ਸੀ ਇਕੱਠੇ ਸਭ ਦੀ। ਪਰ ਹੁਣ ਇੱਕ ਚਿੱਠੀ ਸਾਹਮਣੇ ਆਈ ਹੈ ਜੋ ਸਕਰੀਨ ਤੇ ਵਿਖਾ ਪਾ ਰਹੇ ਹਾਂ ਤੁਹਾਨੂੰ। ਮੰਤਰੀਆਂ ਦੇ ਨਾਲ ਕਹਿ ਸਕਦੇ ਹਾਂ ਕਿ ਉਲਝਣਾ ਹੁਣ ਮਹਿੰਗਾ ਪੈ ਗਿਆ। ਉਹ ਹਰਜ਼ਾਨਾ ਜਿਹੜਾ ਹੈ ਉਹ ਪੈ ਰਿਹਾ। ਕਰਨ ਅਵਤਾਰ ਜਿਹੜੇ ਨੇ ਉਹਨਾਂ ਦਾ ਅਹੁਦਾ ਵਿਨੀ ਮਹਾਜਨ ਨੂੰ ਦੇ ਦਿੱਤਾ ਗਿਆ ਔਰ ਕਰਨ ਅਵਤਾਰ ਨੂੰ ਸਪੈਸ਼ਲ ਚੀਫ ਸੈਕਟਰੀ ਲਾਇਆ ਗਿਆ। ਵਿਨੀ ਮਹਾਜਨ ਡੀਜੀਪੀ ਦਿਨਕਰ ਗੁਪਤਾ ਦੇ ਪਤਨੀ ਨੇ। ਉਹਨਾਂ ਨੂੰ ਫਿਲਹਾਲ ਚੀਫ ਸਕੱਤਰ ਚੀਫ ਸੈਕਟਰੀਏਟ ਲਗਾਇਆ ਗਿਆ। ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਦੀ ਗੱਲ ਕਰ ਰਹੇ ਹਾਂ। ਕਰਨ ਅਵਤਾਰ ਸਪੈਸ਼ਲ ਚੀਫ ਸੈਕਟਰੀ ਐਲਾਨ ਦਿੱਤੇ ਗਏ ਨੇ ਔਰ ਵਿਨੀ ਮਹਾਜਨ ਉਹਨਾਂ ਦੀ ਥਾਂ ਤੇ ਫਿਲਹਾਲ ਚੀਫ ਸਕੱਤਰ ਯਾਨੀ ਕਿ ਚੀਫ ਸੈਕਟਰੀ ਲਾਏ ਗਏ। ਅਹੁਦਿਆਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਔਰ ਇਹ ਮਸਲਾ ਗੰਭੀਰ ਹੈਗਾ ਜਿਸ ਤਰ੍ਹਾਂ ਦੇ ਨਾਲ ਪਿਛਲੇ ਦਿਨੀ ਵਿਵਾਦ ਉੱਠਿਆ ਸੀ ਔਰ ਹੁਣ ਇਹ ਕਹਿ ਸਕਦੇ ਹਾਂ ਕਿ ਉਲਝਣਾ ਮਹਿੰਗਾ ਪਿਆ ਹੈ ਕਰਨ ਅਵਤਾਰ ਉਹਨਾਂ ਨੂੰ ਮੰਤਰੀਆਂ ਦੇ ਨਾਲ। ਉਸ ਵੇਲੇ ਤਾਂ ਸਾਰਾ ਮਸਲਾ ਹੱਲ ਹੋ ਗਿਆ ਸੀ। ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਮੀਟਿੰਗ ਦੇ ਵਿੱਚ ਆਏ ਸੀਗੇ ਬਾਅਦ ਦੇ ਵਿੱਚ ਔਰ ਉਹ ਮੀਟਿੰਗ ਦੇ ਵਿੱਚ ਵੀ ਗੱਲਬਾਤ ਜ਼ਰੂਰ ਹੋਈ। ਹਾਲਾਂਕਿ ਅੰਦਰ ਖਾਤੇ ਦੀਆਂ ਜੋ ਖਬਰਾਂ ਨੇ ਜ਼ਿਆਦਾ ਡੂੰਘਾਈ ਨਾਲ ਤਾਂ ਸਾਹਮਣੇ ਨਹੀਂ ਆਉਂਦੀਆਂ ਪਰ ਜ਼ਿਆਦਾਤਰ ਮਸਲਾ ਸਾਹਮਣੇ ਆ ਗਿਆ ਸੀ ਕਿ ਗੱਲਬਾਤ ਹੋਈ ਹੈ ਠੀਕ ਠਾਕ ਔਰ ਲੱਗਦਾ ਸੀ ਸਾਰਾ ਮਾਮਲਾ ਠੰਡਾ ਹੋ ਗਿਆ ਠੀਕ ਹੋ ਗਿਆ। ਹਾਲਾਂਕਿ ਉਸ ਤੋਂ ਬਾਅਦ ਬਿਆਨ ਜ਼ਰੂਰ ਆਉਂਦੇ ਰਹੇ ਨੇ ਔਰ ਵੱਖ-ਵੱਖ ਪ੍ਰੈਸ ਕਾਨਫਰੰਸਾਂ ਦੀ ਗੱਲ ਕਰੀਏ ਜਾਂ ਫਿਰ ਹੋਰ ਮਸਲੇ ਦੀ ਗੱਲ ਕਰੀਏ ਤਾਂ ਜ਼ਰੂਰ ਉਹ ਮਸਲੇ ਚੁੱਕੇ ਗਏ ਨੇ। ਵਿਪੱਖ ਦੇ ਵੱਲੋਂ ਬਿਆਨਬਾਜ਼ੀਆਂ ਹੋਈਆਂ ਨੇ। ਸੋ ਕੁੱਲ ਮਿਲਾ ਕੇ ਔਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਦੇ ਵਿੱਚ ਇੱਕ ਚਿੱਠੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਅਹੁਦਾ ਜਿਹੜਾ ਹੈ ਉਹ ਦੇ ਦਿੱਤਾ ਗਿਆ। ਇਹ ਅਹੁਦਾ ਬਦਲ ਦਿੱਤਾ ਗਿਆ। ਵਿਨੀ ਮਹਾਜਨ ਨੂੰ ਮਿਲਿਆ ਕਰਨ ਅਵਤਾਰ ਬਰਾੜ ਉਹਨਾਂ ਦਾ ਇੱਕ ਅਹੁਦਾ ਜਿਹੜਾ ਚੀਫ ਸੈਕਟਰੀਏਟ ਦਾ ਚੀਫ ਸਕੱਤਰ ਹੁਣ ਵਿਨੀ ਮਹਾਜਨ ਹੋਣਗੇ ਔਰ ਕਰਨ ਅਵਤਾਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਪੈਸ਼ਲ ਚੀਫ ਸੈਕਟਰੀ ਲਾਇਆ ਗਿਆ। ਕਹਿ ਸਕਦੇ ਹਾਂ ਸ਼ਰਾਬ ਨੂੰ ਲੈ ਕੇ ਸ਼ਰਾਬ ਦਾ ਜੋ ਮਾਲੀਆ ਉਹਨੂੰ ਲੈ ਕੇ ਹੋਇਆ ਸੀ। ਉਸ ਤੋਂ ਬਾਅਦ ਕਈ ਤਰ੍ਹਾਂ ਦੇ ਬਿਆਨ ਵੀ ਆਏ ਸੀ। ਅਗਰ ਟਵਿੱਟਰ ਦੇ ਜ਼ਰੀਏ ਗੱਲ ਕਰੀਏ ਤਾਂ ਰਾਜਾ ਵੜਿੰਗ ਤੋਂ ਬਾਅਦ ਹੋਰ ਕਈ ਮੰਤਰੀ ਜਿਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਔਰ ਕਾਫੀ ਜ਼ਿਆਦਾ ਪੋਲਾਂ ਖੁੱਲ੍ਹੀਆਂ ਹੋਈਆਂ ਵੀ ਨਜ਼ਰ ਆਈਆਂ ਸੀ ਕਹਿ ਸਕਦੇ ਹਾਂ ਜਾਂ ਅਜਿਹੇ ਮਸਲੇ ਉਜਾਗਰ ਕੀਤੇ ਗਏ ਜੋ ਅੰਦਰ ਖਾਤੇ ਨੇ। ਕਰਨ ਅਵਤਾਰ ਉਹਨਾਂ ਦੇ ਨਾਲ ਸੰਬੰਧਿਤ ਕਈ ਤਰ੍ਹਾਂ ਦੇ ਟਵੀਟ ਕੀਤੇ ਗਏ। ਮਸਲਾ ਯਾਦ ਕਰਾ ਦਈਏ ਤਾਂ ਔਰ ਉਹਨਾਂ ਦੀ ਇਨਵੋਲਵਮੈਂਟ ਦੱਸੀ ਗਈ ਹੈ। ਇੱਕ ਵੱਡਾ ਟਰਨਓਵਰ ਹੈ ਸ਼ਰਾਬ ਦਾ ਪਰ ਹੁਣ ਅਗਰ ਉਸ ਵਿਵਾਦ ਦੀ ਗੱਲ ਕਰੀਏ ਤਾਂ ਉਸਦੇ ਸੰਬੰਧੀ ਬਹੁਤ ਕੁਝ ਉਜਾਗਰ ਹੋਇਆ। ਹੁਣ ਦੀ ਗੱਲ ਕੀਤੀ ਜਾਵੇ ਤਾਂ ਚਿੱਠੀ ਸਾਹਮਣੇ ਆਈ ਹੈ। ਵਿਨੀ ਮਹਾਜਨ ਪੰਜਾਬ ਦੇ ਮੁੱਖ ਸਕੱਤਰ ਲਗਾ ਦਿੱਤੇ ਗਏ ਚੀਫ ਸੈਕਟਰੀ ਔਰ ਕਰਨ ਅਵਤਾਰ ਨੂੰ ਸਪੈਸ਼ਲ ਚੀਫ ਸੈਕਟਰੀ ਲਾਇਆ ਗਿਆ। तो सीधा चलते हैं न्यूज़ रूम। राजनीतिक संपादक नवनीत बदवा ने साडे नाल चर्चा दे रही जी। जानना चाहांगे जो चिट्ठी हाल ही दे विच सामने आई एक वड्डा ऐलान होया। देखो बिल्कुल एक वड्डा फेरबदल इहनूं कह सकते हैं गुरजोत चुके जिस तरीके नाल करण अवतार की छुट्टी की गई है और विनी महाजन जिन्होंने नवा चीफ सैकटरी पंजाब का ला दिता गया है। तुहानूं याद होएगा मई के महीने दे विच एक वड्डा विवाद मंत्रियों की मीटिंग दे विच कैबिनेट मीटिंग दे विच एक चीफ सैकटरी करण अवतार सिंह का उलझना उस तो बाद कई दिनों तक लगातार विवाद होया। बाद च 3 माफिया तो बाद सारा मैटर सॉर्ट आउट होया। उस दिन तो लगातार यह गल कही जा रही थी कि करण अवतार नूं अंदर खाने सियासी लोग बार बार मुख्यमंत्री नूं कह रहे थे कि करण अवतार नूं उन्हां नूं हटाया जाए। पर एक गल हो रही है कि करण अवतार अगस्त दे विच रिटायर्ड होने वाले ने। रिटायरमेंट तो पहला उन्हां दी तब्दीली किते ना किते डैमेज कंट्रोल के तौर पर भी वेखी जा सकती है क्योंकि विनी महाजन जिहड़े कि इस पूरी IAS लॉबी दे विच पंजाब च हुण सब तो सीनियर IAS अफसर ने 1987 बैच के IAS अफसर ने और सब तो वड्डी गल DGP दिनकर गुप्ता दे धर्म पत्नी ने
ਜੀ ਸੋ ਇੱਕ ਵੱਡਾ ਦਾਅਵੇਦਾਰ ਚੀਫ ਸੈਕਟਰੀ ਦੇ ਅਹੁਦੇ ਦੇ ਲਈ ਉਹਨਾਂ ਨੂੰ ਮੰਨਿਆ ਜਾ ਰਿਹਾ ਸੀ ਪਿਛਲੇ ਲੰਬੇ ਸਮੇਂ ਤੋਂ, ਪਰ ਬਾਰ-ਬਾਰ ਇਹ ਵੀ ਗੱਲ ਕਹੀ ਜਾ ਰਹੀ ਸੀ ਕਿ ਦੋਵੇਂ ਯਾਨੀ ਕਿ ਦਿਨਕਰ ਗੁਪਤਾ ਤੇ ਵਿਨੀ ਮਹਾਜਨ ਦੋਵੇਂ ਇੱਕ ਪ੍ਰਸ਼ਾਸਨਿਕ ਅਹੁਦੇ ਤੇ ਸਭ ਤੋਂ ਉੱਤੇ ਔਰ ਇੱਕ ਪੁਲਿਸ ਦੇ ਅਹੁਦੇ ਤੇ ਸਭ ਤੋਂ ਉੱਤੇ ਹੋਏਗਾ ਤੇ ਕਈ ਸਵਾਲ ਜਿਹੜੀ ਆਈਐਸ ਆਈਪੀਐਸ ਲੌਬੀ ਹੈ ਉਹਦੇ ਵਿੱਚ ਵੀ ਕਈ ਖੜੇ ਹੋਣਗੇ। ਸੋ ਉਸ ਨੂੰ ਲੈ ਕੇ ਪਿਛਲੇ ਦਿਨੀ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸੈਂਟਰ ਦੇ ਵੱਲੋਂ ਕੁਝ ਆਫੀਸਰ ਦੀ ਡਿਪਿਊਟੇਸ਼ਨ ਨੂੰ ਲੈ ਕੇ ਇੱਕ ਲਿਸਟ ਪੰਜਾਬ ਤੋਂ ਗਈ ਸੀ ਤਾਂ ਉਹਦੇ ਵਿੱਚ ਦਿਨਕਰ ਗੁਪਤਾ ਦਾ ਵੀ ਨਾਂ ਸੀਗਾ। ਸੋ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਇੱਕ ਨਵਾਂ ਡੀਜੀਪੀ ਵੀ ਮਿਲੇ ਦਿਨਕਰ ਗੁਪਤਾ ਦੀ ਥਾਂ, ਚੁੱਕੀ ਵਿਨੀ ਮਹਾਜਨ ਹੁਣ ਚੀਫ ਸੈਕਟਰੀ ਬਣ ਚੁੱਕੇ ਨੇ। ਸੋ ਇੱਕ ਵੱਡਾ ਫੇਰਬਦਲ ਕਹਿ ਸਕਦੇ ਆ, ਪਰ ਇਹਦੇ ਨਾਲ ਉਹ ਜਿਹੜਾ ਸਿਆਸੀ ਹੰਗਾਮਾ ਪਿਛਲੇ ਦਿਨੀ ਹੋਇਆ ਸੀ ਗੁਰਜੋਤ, ਉਹ ਡੈਮੇਜ ਕੰਟਰੋਲ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਇਸ ਟ੍ਰਾਂਸਫਰ ਦੇ ਨਾਲ, ਕਿਉਂਕਿ ਹੁਣ ਜੇ ਸਰਕਾਰ ਨੂੰ ਸਵਾਲ ਕੀਤਾ ਜਾਏ ਤਾਂ ਸਰਕਾਰ ਬਿਲਕੁਲ ਇਹ ਕਹੇਗੀ ਕਿ ਰੂਟੀਨ ਟ੍ਰਾਂਸਫਰ ਹੈ, ਪਰ ਅਗਸਤ ਦੇ ਵਿੱਚ ਕਰਨ ਅਵਤਾਰ ਦੀ ਰਿਟਾਇਰਮੈਂਟ, ਉਸ ਤੋਂ ਠੀਕ 2 ਮਹੀਨੇ ਪਹਿਲਾਂ ਕਰਨ ਅਵਤਾਰ ਨੂੰ ਉਸ ਅਹੁਦੇ ਤੋਂ ਹਟਾਉਣਾ, ਜਦੋਂ ਸ਼ਰਾਬ ਦਾ ਵਿਵਾਦ ਹੋਇਆ ਸੀ ਉਸ ਵੇਲੇ ਉਹ ਜਿਹੜੇ ਫਾਈਨੈਂਸ ਕਮਿਸ਼ਨਰ ਵੀ ਸੀਗੇ ਐਕਸਾਈਜ਼ ਡਿਪਾਰਟਮੈਂਟ ਦੇ, ਉਸੇ ਟਾਈਮ ਉਹਨਾਂ ਤੋਂ ਵਿਭਾਗ ਲੈ ਲਿਆ ਗਿਆ ਸੀ ਔਰ ਚूंकि ਉਹ ਐਡੀਸ਼ਨਲ ਚਾਰਜ ਸੀਗਾ, ਔਰ ਹੁਣ ਚੀਫ ਸੈਕਟਰੀ ਤੋਂ ਹਟਾ ਕੇ ਸਪੈਸ਼ਲ ਚੀਫ ਸੈਕਟਰੀ ਬਣਾ ਦੇਣਾ ਸਿਰਫ 2 ਮਹੀਨੇ ਦੇ ਲਈ, ਉਹ ਕਈ ਸਵਾਲ ਖੜੇ ਹੁੰਦੇ ਨੇ। ਔਰ ਉਸ ਤੋਂ ਬਾਅਦ ਹੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੱਡੀ ਖਬਰ ਜ਼ਰੂਰ ਇਹ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਫੇਰਬਦਲ ਦੇ ਤੌਰ ਤੇ ਵੇਖੀ ਜਾ ਸਕਦੀ ਹੈ, ਕਿਉਂਕਿ ਉਹ ਜਿਹੜੇ ਮਸਲੇ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਇੱਕਦਮ ਤੋਂ ਠੰਡਾ ਵੀ ਹੋ ਗਿਆ ਸੀ ਮਸਲਾ ਔਰ ਲੱਗ ਰਿਹਾ ਸੀ ਕਿ ਸਾਰਾ ਕੁਝ ਸੌਟ ਆਊਟ ਹੋ ਗਿਆ, ਪਰ ਅੰਦਰ ਖਾਤੇ ਜੋ ਇਹ ਚੱਲ ਰਹੀਆਂ ਸੀਗੀਆਂ ਗੱਲਬਾਤ ਜਾਂ ਫਿਰ ਜੋ ਫੇਰਬਦਲ ਹੋ ਕੇ ਸਾਹਮਣੇ ਆਇਆ, ਸੋ ਇਸ ਦੇ ਨਾਲ ਹੁਣ ਕੀ ਕੁਝ ਲੱਗਦਾ ਹੈ? ਹਾਲਾਂਕਿ ਤੁਸੀਂ ਦੱਸਿਆ ਕਿ ਇਸ ਦਾ ਅਸਰ ਕੀ ਹੋ ਸਕਦਾ ਹੈ ਅੱਗੇ ਭਵਿੱਖ ਦੇ ਵਿੱਚ ਡੀਜੀਪੀ ਦਿਨਕਰ ਗੁਪਤਾ ਨੂੰ ਲੈ ਕੇ ਵੀ ਹੋ ਸਕਦਾ ਹੈ, ਤੇ ਇਸ ਤੋਂ ਇਲਾਵਾ ਕੀ ਕਿਹਾ ਜਾ ਸਕਦਾ ਹੈ? ਦੇਖੋ ਜੇ ਸਿਆਸੀ ਤੌਰ ਤੇ ਜਿਹੜੀ ਗੱਲ ਤੁਸੀਂ ਵੀ ਕਹਿ ਰਹੇ ਹੋ ਕਿ ਜਿੰਨਾ ਹੰਗਾਮਾ ਹੋਇਆ ਗੁਰਜੋਤ, ਬਿਲਕੁਲ ਉਹ ਜਿਹੜਾ ਮਸਲਾ ਸੀ ਉਸ ਵੇਲੇ ਸ਼ਾਂਤ ਹੋ ਗਿਆ ਸੀ, ਪਰ ਹੁਣ ਵੀ ਵਿਰੋਧੀ ਲਗਾਤਾਰ ਉਸ ਮਸਲੇ ਨੂੰ ਲੈ ਕੇ ਸਵਾਲ ਸਰਕਾਰ ਤੇ ਖੜੇ ਕਰਦੇ ਨੇ ਕਿ ਇੰਨਾ ਵੱਡਾ ਮਾਮਲਾ ਜਿਸ ਨੂੰ ਲੈ ਕੇ ਕਈ ਮੰਤਰੀਆਂ ਨੇ, ਕਈ ਵਿਧਾਇਕਾਂ ਨੇ ਟਵੀਟ ਕੀਤਾ, ਸ਼ਰਾਬ ਮਾਫੀਆ ਦੇ ਨਾਲ ਮਿਲੀ ਭੁਗਤ ਦੇ ਇਲਜ਼ਾਮ ਤੱਕ ਲਾਏ ਔਰ ਉਸ ਤੋਂ ਬਾਅਦ ਸਿਰਫ 3 ਮਾਫੀਆ ਤੇ ਸਾਰੀ ਗੱਲ ਨਿਬੜ ਗਈ। ਉਹਨੂੰ ਲੈ ਕੇ ਕਈ ਸਵਾਲ ਖੜੇ ਹੋਏ ਸੀ ਜਿਸ ਨੂੰ ਲੱਗਦਾ ਸੀ ਕਿ ਸ਼ਾਇਦ ਜਾਂ ਤੇ 2-4 ਮਹੀਨਾ ਸਰਕਾਰ ਵੇਟ ਕਰੇਗੀ, ਕਿਉਂਕਿ ਅਗਸਤ ਦੇ ਵਿੱਚ ਆਲਰੇਡੀ ਕਰਨ ਅਵਤਾਰ ਰਿਟਾਇਰ ਹੋ ਰਹੇ ਸੀਗੇ, ਪਰ ਹੁਣ ਚੁੱਕੀ ਜੋ ਹਾਲਾਤ ਕੋਵਿਡ ਕਰਕੇ ਬਣੇ ਨੇ, ਕਈ ਅਫਸਰਾਂ ਦੀ ਐਕਸਟੈਂਸ਼ਨ ਕੀਤੀ ਜਾ ਰਹੀ ਹੈ ਰਿਟਾਇਰਮੈਂਟ ਨੂੰ ਲੈ ਕੇ। ਸੋ ਹੋ ਸਕਦਾ ਹੈ ਕਿ ਚੀਫ ਸੈਕਟਰੀ ਦੇ ਅਹੁਦੇ ਤੇ ਰਹਿੰਦੇ ਹੋਏ ਕਰਨ ਅਵਤਾਰ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਐਕਸਟੈਂਸ਼ਨ ਦਿੱਤੀ ਜਾਏ, ਜੇ ਉਹ ਪ੍ਰੋਵੀਜ਼ਨ ਹੁੰਦੇ ਨੇ ਜੋ ਲੱਗਦਾ। ਪਰ ਹਾਲ ਦੀ ਘੜੀ ਅਸੀਂ ਕਹਿ ਸਕਦੇ ਹਾਂ ਵਿਨੀ ਮਹਾਜਨ ਦੇ ਚੀਫ ਸੈਕਟਰੀ ਬਣਨ ਤੋਂ ਬਾਅਦ ਹੁਣ ਪ੍ਰਸ਼ਾਸਨਿਕ ਅਮਲਾ ਕਿਤਨਾ ਹੋਰ ਮਜ਼ਬੂਤ, ਕਿਉਂਕਿ ਵਿਨੀ ਮਹਾਜਨ ਦੀ ਜਿਹੜੀ ਇੱਕ ਛਵੀ ਹੈ ਨਾ ਗੁਰਜੋਤ, ਉਹ ਬੜੀ ਸਖਤ ਅਫਸਰ ਵਾਲੀ ਹੈ। ਸੋ ਅਜਿਹੇ ਵਿੱਚ ਵਿਨੀ ਮਹਾਜਨ ਦੇ ਹੱਥ ਕਮਾਨ ਆਣਾ ਚੀਫ ਸੈਕਟਰੀ ਦੇ ਤੌਰ ਤੇ ਹੁਣ ਵੇਖਣਾ ਹੋਏਗਾ ਕਿ ਅੱਗੇ ਪੂਰਾ ਪ੍ਰਸ਼ਾਸਨਿਕ ਕੰਮਕਾਜ ਸਰਕਾਰ ਦਾ ਕਿਸ ਤਰ੍ਹਾਂ ਨਾਲ ਚੱਲਦਾ ਹੈ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੁੜਨ ਦੇ ਲਈ ਔਰ तमाम ਗੱਲਬਾਤ ਦੇ ਲਈ। ਸੋ ਦੱਸ ਦਈਏ ਕਿ ਮਸਲਾ ਗੰਭੀਰ ਹੈ, ਜਿਸ ਤਰ੍ਹਾਂ ਦੇ ਨਾਲ ਚਰਚਾ ਵੀ ਚੱਲ ਰਹੀ ਸੀ ਕਿ ਇਸ ਦੇ ਨਾਲ ਕਾਫੀ ਹੁਣ ਤਾਂ ਜਿਹੜਾ ਅਸਰ ਪਿਆ ਹੀ ਹੈ, ਅੱਗੇ ਜਾ ਕੇ ਵੀ ਇੱਕ ਵੱਡਾ ਅਸਰ ਪੈ ਸਕਦਾ ਹੈ। ਗ੍ਰਾਫਿਕਸ ਦੇ ਜ਼ਰੀਏ ਇੱਕ ਵਾਰ ਦੇਖਦੇ ਹਾਂ। ਵਿਨੀ ਮਹਾਜਨ ਨਵੇਂ ਮੁੱਖ ਸਕੱਤਰ ਨੇ, 1987 ਬੈਚ ਦੀ ਆਈਏਐਸ ਅਫਸਰ ਨੇ ਵਿਨੀ ਮਹਾਜਨ। ਕਈ ਅਹਿਮ ਅਹੁਦਿਆਂ ਦੀ ਸਾਂਭ ਚੁੱਕੇ ਨੇ ਜ਼ਿੰਮੇਵਾਰੀ, ਕਈ ਅਹਿਮ ਅਹੁਦੇ ਜਿਹੜੇ ਨੇ ਇਹਨਾਂ ਕੋਲ ਰਹਿ ਚੁੱਕੇ ਨੇ, ਉਹਨਾਂ ਦੀ ਜ਼ਿੰਮੇਵਾਰੀ ਇਹ ਨਿਭਾ ਚੁੱਕੇ ਨੇ। ਡੀਜੀਪੀ ਦਿਨਕਰ ਗੁਪਤਾ ਦੇ ਪਤਨੀ ਨੇ ਵਿਨੀ ਮਹਾਜਨ। ਸੋ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ 1987 ਬੈਚ ਦੀ ਆਈਏਐਸ ਅਫਸਰ ਵਿਨੀ ਮਹਾਜਨ ਸੋ ਮੁੱਖ ਸਕੱਤਰ ਬਣ ਚੁੱਕੇ ਨੇ। ਫਿਲਹਾਲ ਪ੍ਰਸ਼ਾਸਨਿਕ ਅਹੁਦਾ ਸਭ ਤੋਂ ਉਤਲਾ ਜਿਹੜਾ ਇਹਨਾਂ ਨੂੰ ਹਾਸਿਲ ਹੋਇਆ, ਔਰ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਦਾ ਸਭ ਤੋਂ ਉਤਲਾ ਜਿਹੜਾ ਅਹੁਦਾ ਡੀਜੀਪੀ ਦਿਨਕਰ ਗੁਪਤਾ ਦੇ ਕੋਲ। ਸੋ ਇੱਕ ਜਿਹੜਾ ਫੇਰ ਬਦਲ ਹੈ ਉਹ ਸਾਹਮਣੇ ਆਇਆ, ਔਰ ਇਹ ਫੇਰ ਬਦਲ ਜਿਹੜਾ ਹੈ ਉਹ ਕਾਫੀ ਕੁਝ ਖਾਸ ਜਿਹੜਾ ਨਜ਼ਰ ਆਏਗਾ ਅੱਗੇ ਭਵਿੱਖ ਦੇ ਵਿੱਚ। ਕਈ ਫੈਸਲਿਆਂ ਨੂੰ ਲੈ ਕੇ ਗੱਲ ਕਰੀਏ ਜਾਂ ਫਿਰ ਕੰਮਕਾਜ ਨੂੰ ਲੈ ਕੇ ਗੱਲ ਕਰੀਏ, ਕਿਉਂਕਿ ਜੋ ਕਰਨ ਅਵਤਾਰ ਉਹਨਾਂ ਦਾ ਇਸ ਵੇਲੇ ਸੋ ਮਸਾ ਉਹੀ ਹੈਗਾ ਕਿ ਹੁਣ ਕੀ ਕੁਝ ਜਿਹੜਾ ਗੰਦਲਾ ਹੋਇਆ ਸੀਗਾ, ਜੋ ਸ਼ਰਾਬ ਅਗਰ ਵਿਭਾਗ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਉਸ ਨੂੰ ਸਖਤੀ ਨਾਲ ਵੇਖਿਆ ਜਾਵੇ।